ਪਾਵਨ ਰਹੋ ਵਾਲੀ ਤੁਕ ਵਿੱਚ ਫਰਮਾਨ ਕਰਦੇ ਹਨ। ਲਿਖ, ਲੇਖਣ, ਕਾਗਦ, ਮਸਵਾਣੀ। ਲਿਖ ਇੱਥੇ ਕਿਰਿਆ ਦਾ ਨਾਮ ਹੈ, ਜਿਸ ਤੋਂ ਭਾਵ ਹੈ ਰਾਈਟਿੰਗ, ਲਿਖਣਾ। ਇਹ ਬੰਦੇ ਤੂੰ ਉੱਠ ਤੇ ਲਿਖ। ਹੁਣ ਲਿਖਣਾ ਕਿਸ ਦੇ ਨਾਮ ਹੈ? ਇੱਥੇ ਹੈ ਲੇਖਣ। ਲੇਖਣ ਤੋਂ ਭਾਵ ਇੱਥੇ ਲਿਖਣਾ ਨਹੀਂ ਹੈ, ਲੇਖਣ ਤੋਂ ਭਾਵ ਹੈ ਲੇਖਨੀ। ਲੇਖਨੀ ਤੋਂ ਭਾਵ ਹੈ ਕਲਮ। ਉੱਠ, ਕਲਮ ਉਠਾ। ਹੁਣ ਲਿਖਣ ਦੀ ਇੱਛਾ ਵੀ ਹੈ, ਕਲਮ ਵੀ ਕੋਲ ਹੈ। ਹੁਣ ਲਿਖਣਾ ਕਿਸ ਤੇ ਹੈ? ਸਭ ਕਹਿੰਦੇ ਨੇ ਕਾਗਜ਼ ਲਿਆ। ਕਾਗਜ਼ ਤੋਂ ਭਾਵ ਹੈ ਕਾਗਜ਼। ਕਾਗਜ਼ ਲੈ ਕੇ ਆ। ਹੁਣ ਕਲਮ ਵੀ ਕੋਲ ਹੈ, ਕਾਗਜ਼ ਵੀ ਕੋਲ ਹੈ, ਲਿਖਣ ਦਾ ਵਿਚਾਰ ਵੀ ਹੈ, ਪਰ ਹਜੇ ਕਲਮ ਦੇ ਵਿੱਚ ਸਿਆਹੀ ਨਹੀਂ ਹੈ। ਕਲਮ ਲਿਖਣ ਕਾਬਲ ਨਹੀਂ ਹੈ। ਗੁਰਦੇਵ ਕਹਿੰਦੇ ਨੇ ਮਸਵਾਣੀ ਲੈ ਕੇ ਆ। ਮਸਵਾਣੀ ਦਵਾਤ। ਦਵਾਤ ਤੋਂ ਭਾਵ ਹੈ ਸਿਆਹੀ, ਇੰਕ। ਲਿਖਣ ਵਾਸਤੇ ਇਹਨਾਂ ਚਾਰ ਚੀਜ਼ਾਂ ਦਾ ਹੋਣਾ ਬੜਾ ਜ਼ਰੂਰੀ ਹੈ। ਇੱਕ ਲਿਖਣ ਦੀ ਇੱਛਾ ਹੋਵੇ, ਦੂਸਰਾ ਕਲਮ ਕੋਲ ਹੋਵੇ, ਤੀਸਰਾ ਕਾਗਜ਼ ਹੋਵੇ, ਚੌਥਾ ਸਿਆਹੀ ਵੀ ਕੋਲ ਹੋਵੇ। ਇਹ ਚਾਰੇ ਚੀਜ਼ਾਂ ਇਕੱਠੀਆਂ ਕਰ ਲਈਆਂ ਗਈਆਂ। ਹੁਣ ਲਿਖਣਾ ਕੀ ਹੈ? ਲਿਖਣ ਨੂੰ ਤੇ ਅਸੀਂ ਬੜਾ ਕੁਝ ਲਿਖ ਸਕਦੇ ਹਾਂ। ਜਿਸ ਤਰ੍ਹਾਂ ਜੋਗੀ ਅੱਲਾ ਯਾਰ ਖਾਨ ਜੀ ਮਹਾਰਾਜ ਕਹਿੰਦੇ ਨੇ, ਹਰ ਚੰਦ ਮੇਰੇ ਹੱਥ ਮੇਂ ਪੁਰਜ਼ੋਰ ਕਲਮ ਹੈ। ਮੇਰੇ ਹੱਥ ਵਿੱਚ ਬੜੀ ਜਾਨਦਾਰ ਕਲਮ ਹੈ, ਬੜਾ ਜ਼ੋਰ ਹੈ ਮੇਰੀ ਕਲਮ ਵਿੱਚ, ਇਤਨੀ ਤਾਕਤ ਹੈ। ਇਸ ਕਰਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਜਿਤਨਾ ਕਟਾਰ ਦਾ ਧਨੀ ਆਖਿਆ ਜਾਂਦਾ ਹੈ, ਕਿਰਪਾਣ ਦਾ ਧਨੀ ਆਖਿਆ ਜਾਂਦਾ ਹੈ, ਸਾਹਿਬ ਕਲਾਮ ਵੀ ਉਤਨੇ ਸੋਹਣੇ ਲਿਖਦੇ ਨੇ ਆਪਣੀ ਕਲਮ ਦੇ ਨਾਲ। ਜਿਵੇਂ ਸਾਹਿਬ ਨੂੰ ਸਾਹਿਬੇ ਕਮਾਲ ਆਖਿਆ ਜਾਂਦਾ ਹੈ, ਜੇਕਰ ਸਾਹਿਬੇ ਕਲਾਮ ਆਖਿਆ ਜਾਵੇ ਤਾਂ ਵੀ ਕੋਈ ਹਰਜਾ ਨਹੀਂ ਹੋਵੇਗਾ। ਮੇਰੇ ਸਾਹਿਬ ਕਮਾਲ ਨੇ, ਮੇਰੇ ਮਾਲਕ ਕਮਾਲ ਨੇ, ਉਹਨਾਂ ਦੇ ਕਲਾਮ ਵੀ ਬੜੇ ਕਮਾਲ ਦੇ ਨੇ। ਸ਼ਾਇਦ ਹੀ ਕਿਸੇ ਰੱਬੀ ਪੈਗੰਬਰ ਦੀ ਕਲਮ ਵਿੱਚ ਇਤਨਾ ਜਾਦੂ ਹੋਵੇ। ਐਸੀ ਮਨਮੋਹਣੀ, ਖੂਬਸੂਰਤ, ਸੋਹਣੀ ਕਲਮ ਮੇਰੇ ਕਲਗੀਆਂ ਵਾਲੇ ਪ੍ਰੀਤਮ ਦੀ। ਲੋਕ ਕਲਗੀ ਦੇਖਦੇ ਨੇ, ਲੋਕ ਤੀਰ ਦੇਖਦੇ ਨੇ, ਲੋਕ ਬਾਜ ਦੇਖਦੇ ਨੇ, ਤਾਜ ਦੇਖਦੇ ਨੇ, ਪਰ ਦੇਖਣ ਦੇ ਲਾਇਕ ਸਭ ਤੋਂ ਜ਼ਿਆਦਾ ਖੂਬਸੂਰਤ ਮੇਰੇ ਸਾਹਿਬ ਦੇ ਕਲਾਮ ਨੇ, ਜੋ ਉਹਨਾਂ ਨੇ ਕਲਮ ਤੋਂ ਚਮਤਕਾਰ ਕੀਤੇ ਨੇ ਨਾ। ਸਾਹਿਬ ਨੇ ਇੱਕ ਹੱਥ ਨਾਲ ਕਲਮ ਚਲਾਈ ਹੈ, ਦੂਸਰੇ ਹੱਥ ਨਾਲ ਕਿਰਪਾਨ ਚਲਾਈ ਹੈ, ਦੋਵੇਂ ਬਰਾਬਰ। ਕੋਈ ਹੋਵੇਗਾ ਐਸਾ ਯੋਧਾ ਜਿਸ ਦੀ ਤਲਵਾਰ ਬੜੇ ਕਮਾਲ ਦੀ ਹੋਵੇ, ਜਿਸ ਦੀ ਕਿਰਪਾਨ ਬੜੇ ਕਮਾਲ ਦੀ ਹੋਵੇ, ਪਰ ਉਹ ਕਲਮ ਵੀ ਉਠਾ ਸਕੇ? ਐਸਾ ਨਹੀਂ ਹੋ ਸਕਦਾ। ਬਹੁਤ ਥੋੜੇ ਐਸੇ ਲੋਕ ਹੋਏ ਨੇ ਜਿਨ੍ਹਾਂ ਨੇ ਕਲਮ ਅਤੇ ਕਟਾਰ ਦੋਨੇ ਇਕੱਠੇ ਚਲਾਈ ਹੋਵੇ, ਪਰ ਉਹਨਾਂ ਵਿੱਚ ਬੈਲੈਂਸ ਬਣਾਉਣਾ ਬੜਾ ਔਖਾ ਸੀ ਉਹਨਾਂ ਦੇ ਲਈ ਵੀ। ਇੱਕ ਵਾਰੀ ਵਿੱਚ ਸੈਂਕੜੇ ਸਿਰ ਤੇ ਕੱਟੇ ਜਾ ਸਕਦੇ ਨੇ, ਪਰ ਲਫ਼ਜ਼ਾਂ ਨੂੰ ਪਰੋਇਆ ਜਾਣਾ ਇੱਕ ਲੜੀ ਵਿੱਚ ਬੜਾ ਔਖਾ ਹੈ। ਸਿਰਾਂ ਦੀਆਂ ਮਾਲਾਂ ਬਣਾ ਲੈਣੀਆਂ ਸੌਖੀਆਂ ਨੇ, ਕਲਮ ਦੇ ਨਾਲ ਲਫ਼ਜ਼ਾਂ ਨੂੰ ਪਿਰੋ ਕੇ ਮਾਲਾ ਬਣਾ ਦੇਣੀ ਸਿਵਾਏ ਕਲਗੀਆਂ ਵਾਲੇ ਦੇ ਹਿੱਸੇ ਤੋਂ ਹੋਰ ਕਿਸੇ ਨਹੀਂ ਆਇਆ। ਬੜੇ ਬੜੇ ਯੋਧੇ ਹੋਏ ਨੇ, ਵੀਰ ਅਪਾਰ ਬੜੇ ਬਰਿਆਰ, ਵਿਚਾਰੈ ਸਾਰ ਕੀ ਧਾਰ ਪਛਈਆ, ਤੋਰਤ ਦੇਸ ਮਲਿੰਦ ਮਵਾਸਨ ਮਾਤੇ, ਗਜਾਨ ਕੇ ਮਾਨ ਮਲਈਆ, ਗਾੜੇ ਗੜਾਨ ਕੋ ਤੋੜਨ ਹਾਰ, ਸੋ ਬਾਤਨ ਹੀ ਚਕਚਾਰ ਲਵਈਆ, ਸਾਹਿਬ ਸ਼੍ਰੀ ਸਭ ਕੋ ਸਰਨਾਇਕ, ਜਾਚਕ ਅਨੇਕ ਸੋ ਏਕ ਦਵਈਆ। ਇੱਥੇ ਵੀਰਾਂ ਦਾ ਗੁਣਗਾਨ ਹੈ। ਵੀਰ ਨੇ, ਅਪਾਰ ਨੇ, ਬੜੇ ਨੇ, ਬਰਿਆਰ, ਬੜੇ ਜ਼ੋਰ ਵਾਲੇ ਨੇ, ਬਿਨਾਂ ਵਿਚਾਰੇ ਤਲਵਾਰ ਦੀ ਧਾਰ ਆਪਣੇ ਚਿਹਰੇ ਤੇ ਉਖਾ ਸਕਦੇ ਨੇ, ਪਰ ਇਹ ਕਲਮ ਦੇ ਕਰਾਮਾਤ ਨੇ। ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਕਲਮ ਦੀ ਕਰਾਮਾਤ ਹੈ। ਲਫ਼ਜ਼ ਵੀ ਉਤਨੇ ਹੀ ਸੋਹਣੇ ਨੇ। ਜਿਸ ਤਰ੍ਹਾਂ ਤਲਵਾਰ ਚਲਦੀ ਹੈ, ਕਲਗੀਆਂ ਵਾਲੇ ਦੀ ਬਿਜਲੀ ਚਮਕਦੀ ਹੈ, ਜਦ ਕਲਗੀਆਂ ਵਾਲੇ ਦੀ ਕਲਮ ਚਲਦੀ ਹੈ ਉਦੋਂ ਵੀ ਬਿਜਲੀ ਚਮਕਦੀ ਹੈ। ਇਤਨੇ ਖੂਬਸੂਰਤ ਕਲਮ, ਇਤਨੇ ਖੂਬਸੂਰਤ ਕਲਾਮ ਕਲਗੀਆਂ ਵਾਲੇ ਦੇ। ਜੇਕਰ ਲਿਖਣਾ ਹੀ ਹੈ ਕੁਛ ਤੇ ਰੱਬੀ ਕਲਾਮ ਲਿਖ, ਰੱਬ ਦਾ ਨਾਮ ਲਿਖ। ਸਾਹਿਬ ਇੱਥੇ ਕਹਿੰਦੇ ਨੇ ਲਿਖ, ਲੇਖਣ, ਕਾਗਦ, ਮਸਵਾਣੀ। ਲਿਖ, ਲੇਖਨੀ ਉਠਾ, ਕਾਗਦ ਉਠਾ, ਸਿਆਹੀ ਉਠਾ। ਤੇ ਲਿਖਣਾ ਕੀ ਹੈ?
राम नाम हर अमृत बाणी। राम ਦਾ ਨਾਮ ਲਿਖ, ਉਸ ਹਰੀ ਦੀ ਅੰਮ੍ਰਿਤ ਬਾਣੀ ਨੂੰ ਲਿਖ। ਉਹ ਬਾਣੀ ਲਿਖ ਜਿਸ ਵਿੱਚ ਮਿਠਾਸ ਹੋਵੇ, ਉਹ ਬਾਣੀ ਲਿਖ ਜਿਸ ਵਿੱਚ ਪਿਆਰ ਹੋਵੇ, ਉਹ ਬਾਣੀ ਲਿਖ ਜਿਸ ਵਿੱਚ ਪ੍ਰੇਮ ਹੋਵੇ, ਜਿਸ ਨਾਲ ਲੋਕ ਜੁੜ ਜਾਣ। ਐਸਾ ਕੁਛ ਲਿਖ। ਬੜਾ ਕੁਛ ਲਿਖਾਇਆ ਗਿਆ ਹੈ ਸਾਨੂੰ। ਲਿਖਣਾ ਪੜ੍ਹਨ ਤੋਂ ਪਹਿਲਾਂ ਆਉਂਦਾ ਹੈ ਪਿਆਰਿਓ। ਲੋਕ ਆਖਦੇ ਨੇ ਪੜ੍ਹਾਈ ਲਿਖਾਈ, ਪਰ ਮੇਰੇ ਟੀਚਰ ਸਾਨੂੰ ਆਖਦੇ ਨਹੀਂ, ਲੋਕ ਪੜ੍ਹਾਈ ਲਿਖਾਈ ਗਲਤ ਆਖਦੇ ਨੇ। ਅਸਲ ਮਾਇਨੇ ਲਿਖਾਈ ਅਤੇ ਪੜ੍ਹਾਈ। ਪਹਿਲਾਂ ਬੱਚਾ ਲਿਖਣਾ ਸਿੱਖਦਾ ਹੈ, ਬਾਅਦ ਵਿੱਚ ਉਹ ਪੜ੍ਹਨਾ ਸਿੱਖਦਾ ਹੈ। ਪਹਿਲਾਂ ਉਹ ਪੈਨਸਿਲ ਦੇ ਨਾਲ ਆੜੀਆਂ, ਤਿਰਛੀਆਂ, ਪੁੱਠੀਆਂ, ਸਿੱਧੀਆਂ ਲਕੀਰਾਂ ਬਣਾ ਦਿੰਦਾ ਹੈ, ਉਹਨਾਂ ਨੂੰ ਪੜ੍ਹਨ ਦੀ ਕੋਸ਼ਿਸ਼ ਕਰਦਾ ਹੈ। ਬੜੇ ਕਮਾਲ ਦੀ ਗੱਲ ਹੈ, ਉਹ ਕਾਗਜ਼ ਉੱਤੇ ਐਸੀਆਂ ਰੇਖਾਵਾਂ ਬਣਾ ਦਿੰਦਾ ਹੈ ਜੋ ਸ਼ਾਇਦ ਕਿਸੇ ਨੂੰ ਵੀ ਸਮਝ ਨਾ ਸਕਣ। ਪਰ ਸ਼ੁਰੂਆਤ ਦੀਆਂ ਉਹ ਆੜੀਆਂ, ਤਿਰਛੀਆਂ, ਟੇਢੀਆਂ, ਪੁੱਠੀਆਂ, ਸਿੱਧੀਆਂ ਲਾਈਨਾਂ ਨਾ, ਉਹਨਾਂ ਨੂੰ ਲਿਖਣ ਵਿੱਚ ਜਿਤਨਾ ਸਵਾਦ ਆਉਂਦਾ ਹੈ, ਸ਼ਾਇਦ ਸਾਰੀ ਜ਼ਿੰਦਗੀ ਖੂਬਸੂਰਤ ਤੋਂ ਖੂਬਸੂਰਤ ਗਜ਼ਲ ਲਿਖ ਦਈਏ, ਸ਼ੇਰ ਲਿਖ ਦਈਏ, ਕਵਿਤਾ ਲਿਖ ਦਈਏ, ਉਹੋ ਜਿਹਾ ਸਵਾਦ ਨਾ ਆਵੇ, ਕਿਉਂਕਿ ਉਹ ਭੋਲਪਣਾ ਹੈ। ਲਿਖਣਾ ਅਸੀਂ ਪਹਿਲਾਂ ਸਿੱਖਦੇ ਹਾਂ, ਪਰ ਸਾਡੀ ਬਦਕਿਸਮਤੀ ਹੈ ਕਿ ਅਸੀਂ ਲਿਖਣਾ ਸਹੀ ਨਹੀਂ ਸਿੱਖ ਪਾਉਂਦੇ। ਕੀ ਲਿਖਣਾ ਹੈ ਉਹ ਸਾਨੂੰ ਸਾਰੀ ਜ਼ਿੰਦਗੀ ਸਮਝ ਨਹੀਂ ਆਉਂਦਾ। ਅਫਸੋਸ ਤੇ ਇਹ ਅਸੀਂ ਉਹੀ ਕੁਝ ਲਿਖਦੇ ਰਹਿੰਦੇ ਹਾਂ ਜੋ ਸਾਡੇ ਤੋਂ ਲਿਖਵਾਇਆ ਜਾਂਦਾ ਰਿਹਾ। ਅਸੀਂ ਕਦੀ ਉਹ ਨਹੀਂ ਲਿਖ ਸਕੇ ਜੋ ਸਾਨੂੰ ਲਿਖਣਾ ਚਾਹੀਦਾ ਹੈ। ਇੱਕ ਹੈ ਜੋ ਅਸੀਂ ਕਰਦੇ ਹਾਂ, ਇੱਕ ਹੈ ਜੋ ਸਾਨੂੰ ਕਰਨਾ ਚਾਹੀਦਾ ਹੈ। ਸਾਨੂੰ ਲਿਖਣਾ ਇਸ ਕਰਕੇ ਸਿਖਾਇਆ ਗਿਆ ਸੀ ਤਾਂ ਕਿ ਅਸੀਂ ਪੜ੍ਹ ਸਕੀਏ ਉਹ ਕੁਝ ਜੋ ਸਾਡੇ ਵੱਡੇ ਵਡੇਰੇ ਪੂਰਵਜ ਲਿਖ ਕੇ ਗਏ ਨੇ। ਆਪਣੇ ਸ਼ੋਧ ਨੂੰ ਜਿੱਥੇ ਉਹ ਛੱਡ ਕੇ ਗਏ ਨੇ ਉੱਥੋਂ ਸ਼ੁਰੂ ਹੋ ਸਕੇ। ਪਰ ਅਸੀਂ ਲਿਖਣਾ ਸ਼ੁਰੂ ਕੀਤਾ, ਫਿਰ ਪੜ੍ਹਨਾ ਸ਼ੁਰੂ ਕੀਤਾ। ਲਿਖਦਿਆਂ ਪੜ੍ਹਦਿਆਂ ਪਤਾ ਨਹੀਂ ਕਿਹੜੀ ਦੌੜ ਵਿੱਚ ਸ਼ਾਮਿਲ ਹੋ ਗਏ। ਹੁਣ ਲਿਖਣ ਪੜ੍ਹਨ ਦਾ ਇੱਕੋ ਹੀ ਮਤਲਬ ਰਹਿ ਗਿਆ, ਕਿਤੇ 4 ਟਕਿਆਂ ਦੀ ਨੌਕਰੀ ਮਿਲ ਸਕੇ। ਪਰ ਸਾਹਿਬ ਆਖਦੇ ਨੇ ਤੇਰੀ ਜ਼ਿੰਦਗੀ ਐਸੇ ਲਈ ਨਹੀਂ ਹੈ। ਤੂੰ ਉੱਠ ਕੇ ਉਸ ਪਰਮਾਤਮਾ ਦਾ ਨਾਮ ਲਿਖ। ਤੂੰ ਲਿਖ ਉਸ ਰਾਮ ਦੀ ਕਹਾਣੀ ਨੂੰ, ਲਿਖ ਪਰਮਾਤਮਾ ਦੇ ਨਾਮ ਨੂੰ, ਤੂੰ ਉਸ ਅੰਮ੍ਰਿਤ ਬਾਣੀ ਨੂੰ ਲਿਖ। ਤਾਂ ਹੀ ਤੇ ਸਕੂਲ ਵਿੱਚ ਨਾ ਜਦੋਂ ਛੋਟੇ ਹੁੰਦੇ ਆ ਉਦੋਂ ਪੜ੍ਹਨ ਤੋਂ ਕਿਤੇ ਜ਼ਿਆਦਾ ਜ਼ੋਰ ਲਿਖਣ 'ਤੇ ਦਿੱਤਾ ਜਾਂਦਾ ਹੈ, ਬਹੁਤ ਜ਼ਿਆਦਾ ਜ਼ੋਰ। ਪਹਿਲੇ ਸਾਲ ਤੇ ਬੱਚੇ ਨੂੰ ਸਿਰਫ ਲਿਖਵਾਇਆ ਹੀ ਜਾਂਦਾ ਹੈ, ਪੜ੍ਹਾਇਆ ਨਹੀਂ ਜਾਂਦਾ। ਟੀਚਰ ਕੁਛ ਡਾਟਸ ਵਗੈਰਾ ਲਗਾ ਕੇ ਉਹਨਾਂ ਦੇ ਉੱਪਰ ਪੈਨਸਿਲ ਫਿਰਾਉਂਦੀ ਹੈ, ਹੱਥ ਪਕੜ ਕੇ ਲਿਖਵਾਉਂਦੇ ਨੇ। ਫਿਰ ਕਿਤੇ ਜਾ ਕੇ ਉਹ ਸਹੀ ਤਰੀਕੇ ਨਾਲ ਪੈਨਸਿਲ ਫੇਰਨਾ ਸਿੱਖਦਾ ਹੈ। ਅਸੀਂ ਉਹਨਾਂ ਅੱਖਰਾਂ ਦੀ ਬਨਾਵਟਾਂ ਨੂੰ ਇੱਕ ਨਾਮ ਦੇ ਦਿੰਦੇ ਨੇ। ਇਹ ਏ ਹੈ, ਇਹ ਬੀ ਹੈ, ਇਹ ਊੜਾ ਹੈ, ਐੜਾ ਹੈ, ਈੜੀ ਹੈ, ਇਹ ਲੀਮ ਹੈ, ਇਹ ਮੀਮ ਹੈ, ਇਹ ਅਲਬ ਹੈ, ਇਹ ਬੇ ਹੈ, ਇਹ ਤੇ ਹੈ। ਇਹਨਾਂ ਨੂੰ ਅਲੱਗ-ਅਲੱਗ ਨਾਮ ਦੇ ਦਿੰਦੇ ਹਾਂ। ਇਸ ਤਰੀਕੇ ਦਾ ਭਾਸ਼ਾ ਕੋਈ ਵੀ ਹੋਵੇ, ਪਰ ਸ਼ੁਰੂਆਤ ਸਭਨਾਂ ਦੀ ਇੰਝ ਹੀ ਹੁੰਦੀ ਹੈ। ਪਹਿਲਾਂ ਤੂੰ ਕਾਗਜ਼ ਪਕੜ, ਕਲਮ ਪਕੜ, ਲਿਖਣ ਦਾ ਵਿਚਾਰ ਬਣਾ, ਸਿਆਹੀ ਲੈ ਕੇ ਆ ਤੇ ਲਿਖ। ਪਰ ਸਾਹਿਬ ਕਹਿੰਦੇ ਨੇ ਲਿਖਣਾ ਕੀ ਹੈ? ਰਾਮ ਨਾਮ ਹਰ ਅੰਮ੍ਰਿਤ ਬਾਣੀ। ਉਹ ਨਾਮ ਲਿਖ ਜਿਸ ਨੂੰ ਲਿਖ ਕੇ ਤੇਰੀ ਬਾਣੀ ਪਵਿੱਤਰ ਹੋ ਜਾਏ। ਸਾਹਿਬ ਬੜੀ ਵਾਰੀ ਗੁਰਬਾਣੀ ਵਿੱਚ ਆਖਦੇ ਨੇ ਉਹ ਹਸਤ ਬੜੇ ਪਵਿੱਤਰ ਨੇ, ਉਹ ਹੱਥ ਬੜੇ ਪਵਿੱਤਰ ਨੇ ਜੋ ਬਾਣੀ ਨੂੰ ਲਿਖਦੇ ਨੇ। ਬਾਣੀ ਨੂੰ ਲਿਖਣ ਵਾਲੇ ਬਾਬਾ ਦੀਪ ਸਿੰਘ ਜੀ ਮਹਾਰਾਜ ਜੀ ਦੇ ਪਾਵਨ ਹੱਥ, ਭਾਈ ਮਣੀ ਸਿੰਘ ਜੀ ਮਹਾਰਾਜ ਜੀ ਦੇ ਉਹ ਪਾਵਨ ਹੱਥ। ਬਾਬਾ ਦੀਪ ਸਿੰਘ ਜੀ ਮਹਾਰਾਜ ਜੀ ਨੂੰ ਦਮਦਮਾ ਸਾਹਿਬ ਵਿਖੇ ਜਦ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਸੰਪਾਦਨਾ ਹੋ ਰਹੀ ਸੀ, ਉਸ ਵੇਲੇ ਕਲਮਾਂ ਘੜਨ ਦਾ ਮੁਬਾਰਕ ਸਮਾਂ ਮਿਲਿਆ ਸੀ। ਕਲਮਾਂ ਘੜੀਆਂ ਗਈਆਂ। ਪੁਰਾਣੇ ਸਮਿਆਂ ਵਿੱਚ ਸਰਕੰਡੇ ਦੇ ਲੱਕੜ ਨੂੰ ਛਿੱਲ ਕੇ ਉਸ ਨੂੰ ਕਲਮ ਦੀ ਚੁੰਝ ਬਣਾ ਕੇ ਉਹਦੇ ਨਾਲ ਲਿਖਿਆ ਜਾਂਦਾ ਸੀ। ਕਿਤੇ ਮੋਰ ਦੇ ਪੰਖਾਂ ਨੂੰ ਵੀ ਉਹਨਾਂ ਦੇ ਨਾਲ ਵੀ ਕਲਮ ਦਾ ਕੰਮ ਲਿਆ ਜਾਂਦਾ ਸੀ। ਪਰ ਸਰਕੰਡੇ ਦੀ ਕਲਮ ਬੜੇ ਕਮਾਲ ਦੀ ਹੋਇਆ ਕਰਦੀ ਸੀ, ਕਿਉਂਕਿ ਮੋਰ ਦਾ ਖੰਭ ਛਿੱਲਿਆ ਨਹੀਂ ਸੀ ਜਾ ਸਕਦਾ। ਇੱਕ ਵਾਰੀ ਉਸ ਦੀ ਚੁੰਝ ਖਰਾਬ ਹੋਈ, ਦੁਬਾਰਾ ਨਹੀਂ ਬਣੀ ਜਾ ਸਕਦੀ। ਪਰ ਸਰਕੰਡੇ ਦੀ ਕਲਮ ਨੂੰ ਛਿੱਲਿਆ ਵੀ ਜਾ ਸਕਦਾ ਹੈ। ਜਿਨ੍ਹਾਂ ਨੇ ਕਦੇ ਲਿਖਿਆ ਹੈ, ਅੱਜ ਕੱਲ੍ਹ ਤਾਂ ਖੈਰ ਜਦ ਇਹ ਬਾਲ ਪੈਨ ਆਏ ਨੇ, ਫਾਊਂਟੇਨ ਪੈਨ ਆਏ ਨੇ, ਜੈਲ ਆਏ ਨੇ, ਪੈਨਸਿਲ ਪੈਨ ਆਏ ਨੇ, ਉਦੋਂ ਤੇ ਉਹ ਕਲਮਾਂ, ਉਹ ਦਵਾਤ,
ਉਹ ਸਿਆਹੀ ਸਭ ਮੁੱਕ ਚੱਲੀ ਹੈ। ਪਰ ਉਹਨਾਂ ਵਿੱਚ ਇੱਕ ਵੱਖਰਾ ਹੀ ਸਵਾਦ ਹੋਇਆ ਕਰਦਾ ਸੀ। ਸਰਕੰਡੇ ਦੀ ਕਲਮ ਨੂੰ ਦਵਾਤ ਦੇ ਵਿੱਚ ਡੁਬੋ ਕੇ ਫਿਰ ਉਸ ਕਾਗਜ਼ ਦੇ ਉੱਤੇ ਲਿਖਿਆ ਜਾਇਆ ਕਰਦਾ ਸੀ। ਜਦ ਉਸ ਦੀ ਚੁੰਝ ਖਰਾਬ ਹੋ ਜਾਇਆ ਕਰਦੀ ਸੀ ਤੇ ਅੱਜ ਕੱਲ੍ਹ ਦੇ ਸ਼ਾਰਪਨਰ ਵਾਂਗੂ ਪੈਨਸਿਲ ਦੀ ਤਰ੍ਹਾਂ ਉਸ ਨੂੰ ਵੀ ਸ਼ਾਰਪ ਕੀਤਾ ਜਾਂਦਾ ਸੀ, ਛਿੱਲਿਆ ਜਾਂਦਾ ਸੀ। ਪਰ ਜਿਸ ਵੇਲੇ ਬਾਬਾ ਦੀਪ ਸਿੰਘ ਜੀ ਮਹਾਰਾਜ ਜੀ ਨੂੰ ਆਖਿਆ ਗਿਆ ਇਹਨਾਂ ਕਲਮਾਂ ਦੀ ਚੁੰਝ ਖਰਾਬ ਹੋ ਗਈ ਹੈ, ਜ਼ਰਾ ਇਹਨਾਂ ਨੂੰ ਘੜ ਕੇ ਲਿਆਓ, ਬਾਬਾ ਦੀਪ ਸਿੰਘ ਜੀ ਮਹਾਰਾਜ ਨੇ ਆਖਿਆ ਸੀ ਇਹਨਾਂ ਕਲਮਾਂ ਦੇ ਨਾਲ ਰੱਬੀ ਕਲਾਮ ਲਿਖਿਆ ਗਿਆ ਹੈ, ਇਹਨਾਂ ਦੇ ਨਾਲ ਮੇਰੇ ਸਾਹਿਬ ਦੀ ਬਾਣੀ ਲਿਖੀ ਗਈ ਹੈ, ਇਹਨਾਂ ਕਲਮਾਂ ਨੂੰ ਘੜਿਆ ਨਹੀਂ ਜਾਏਗਾ। ਹਰ ਵਾਰੀ ਇੱਕ ਨਵੀਂ ਨਕੋਰ ਕਲਮ ਲੈ ਕੇ ਆਉਂਦੇ ਸਨ। ਜਦ ਤੱਕ ਉਸ ਤੋਂ ਲਿਖਿਆ ਜਾਂਦਾ ਸੀ ਉਸੇ ਵੇਲੇ ਤੱਕ ਲਿਖਦੇ ਸਨ, ਬਾਅਦ ਵਿੱਚ ਸਾਰੀਆਂ ਕਲਮਾਂ ਨੂੰ ਇਕੱਠੀਆਂ ਕਰ ਲੈਂਦੇ ਸਨ। ਇਸ ਨੂੰ ਇੰਝ ਸਮਝਣਾ ਨਵੀਂ ਇੱਕ ਪੈਨਸਿਲ ਹੈ, ਪਹਿਲੀ ਵਾਰੀ ਬਣਾਈ ਗਈ ਹੈ ਲਿਖਣ ਵਾਸਤੇ। ਜਦ ਤੱਕ ਉਸ ਦੀ ਚੁੰਝ ਠੀਕ ਹੈ ਉਦੋਂ ਤੱਕ ਉਸ ਤੋਂ ਲਿਖਿਆ ਜਾ ਰਿਹਾ ਹੈ, ਪਰ ਜਦ ਉਸ ਨੂੰ ਦੁਬਾਰਾ ਬਣਾਉਣ ਦੀ ਨੌਬਤ ਆਈ, ਉਸ ਨੂੰ ਛਿੱਲਣ ਦੀ, ਸ਼ਾਰਪ ਕਰਨ ਦੀ ਨੌਬਤ ਆਈ ਤੇ ਉਹ ਛਿੱਲੀ ਨਹੀਂ ਗਈ। ਉਸ ਨੂੰ ਉਸੇ ਤਰ੍ਹਾਂ ਇਕੱਠਾ ਕਰ ਲਿਆ ਗਿਆ ਤੇ ਬਾਬਾ ਦੀਪ ਸਿੰਘ ਜੀ ਮਹਾਰਾਜ ਨੇ ਉਹਨਾਂ ਨੂੰ ਜਿਸ ਜਗ੍ਹਾ ਤੇ ਰੱਖਿਆ ਉਸ ਜਗ੍ਹਾ ਦਾ ਨਾਮ ਅੱਜ ਕਲਮਸਰ ਹੈ। ਉੱਥੇ ਜਾ ਕੇ ਅੱਜ ਵੀ ਜੋ ਬੱਚੇ ਲਿਖ ਨਹੀਂ ਸਕਦੇ, ਜਿਨ੍ਹਾਂ ਨੂੰ ਲਿਖਣ ਵਿੱਚ ਸਮੱਸਿਆ ਹੈ, ਜਿਨ੍ਹਾਂ ਨੂੰ ਪੜ੍ਹਨ ਵਿੱਚ ਸਮੱਸਿਆ ਹੈ, ਜਿਨ੍ਹਾਂ ਦਾ ਦਿਮਾਗ ਇਤਨੀ ਜਲਦੀ ਕੈਚ ਨਹੀਂ ਕਰ ਪਾਉਂਦਾ ਲਿਖਾਈ ਪੜ੍ਹਾਈ ਨੂੰ, ਉਹਨਾਂ ਬੱਚਿਆਂ ਨੂੰ ਉੱਥੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਸ਼ੀਰਵਾਦ ਦਿੱਤਾ ਸੀ ਕਿ ਜੋ ਵੀ ਇੱਥੇ ਬੈਠ ਕੇ ਆਪਣੀ ਭਾਸ਼ਾ ਵਿੱਚ ਇੱਕ ਵਾਰੀ ਪੱਟੀ ਲਿਖ ਲਏਗਾ ਉਸ ਦੇ ਉੱਤੇ ਗੁਰੂ ਦੀ ਕਿਰਪਾ ਹੋਵੇਗੀ। ਅੱਜ ਵੀ ਐਸਾ ਮੰਨਿਆ ਜਾਂਦਾ ਹੈ ਕਿਉਂਕਿ ਉਸ ਜਗ੍ਹਾ ਤੇ ਬੈਠ ਕੇ ਸਾਹਿਬ ਨੇ ਉਹ ਪਵਿੱਤਰ ਬਾਣੀ ਲਿਖਾਈ। ਉਸ ਜਗ੍ਹਾ ਵਿੱਚ ਕੁਛ ਤੇ ਐਸਾ ਹੈ। ਕੁਛ ਲੋਕ ਆਖਦੇ ਨੇ ਅੱਜ ਕੱਲ੍ਹ ਐਸਾ ਨਹੀਂ ਹੈ, ਵੈਸਾ ਨਹੀਂ ਹੈ, ਪਰ ਕੋਈ ਤੇ ਖਾਸ ਜਗ੍ਹਾ ਹੈ, ਕੋਈ ਤੇ ਖਾਸ ਗੱਲ ਹੈ ਜਿੱਥੇ ਬੈਠ ਕੇ ਕੁਛ ਨਾ ਕੁਛ ਅਸਰ ਤੇ ਉਹ ਜਗ੍ਹਾ ਅੱਜ ਵੀ ਰੱਖਦੀ ਹੈ। ਪਾਤਸ਼ਾਹ ਜੀ ਆਖਦੇ ਹਨ ਤੂੰ ਰਾਮ ਦਾ ਨਾਮ ਲਿਖ, ਅੰਮ੍ਰਿਤ ਬਾਣੀ ਲਿਖ ਤੇ ਹੋਏਗਾ ਕੀ ਉਹਦੇ ਨਾਲ। ਸਾਹਿਬ ਪ੍ਰਥਮ ਪਦੇ ਦੀ ਪਹਿਲੀ ਤੁਕ ਅੰਦਰ ਫਰਮਾਉਂਦੇ ਹਨ ਹਸਤ ਪੁਨੀਤ ਹੋਏ ਤਤਕਾਲ। ਹਸਤ ਤੋਂ ਭਾਵ ਹੈ ਹੱਥ, ਪੁਨੀਤ ਤੋਂ ਭਾਵ ਹੈ ਪਵਿੱਤਰ, ਹੋਏ ਤਤਕਾਲ ਤੋਂ ਭਾਵ ਹੈ ਲਿਖਦਿਆਂ ਸਾਰ ਤੇਰੇ ਹੱਥ ਪਵਿੱਤਰ ਹੋ ਜਾਣਗੇ। ਪਰ ਲਿਖੇਂਗਾ ਕੀ ਤੂੰ, ਕੀ ਲਿਖੇਂਗਾ ਜਦ ਤੂੰ ਹਰੀ ਦਾ ਨਾਮ ਲਿਖੇਂਗਾ। IPC ਦੇ ਵਿੱਚ, ਇੰਡੀਅਨ ਪੀਨਲ ਕੋਡ ਦੇ ਵਿੱਚ ਜਦ ਵੀ ਕਿਸੇ ਨੂੰ ਮੌਤ ਦੀ ਸਜ਼ਾ ਸੁਣਾਈ ਜਾਂਦੀ ਹੈ, ਦਫਾ 302 ਸੁਣਾਈ ਜਾਂਦੀ ਹੈ, ਉਸ ਵੇਲੇ ਤੁਹਾਨੂੰ ਸ਼ਾਇਦ ਪਤਾ ਹੋਵੇਗਾ, ਬੜੀ ਫਿਲਮਾਂ ਵਿੱਚ ਤੁਸੀਂ ਦੇਖਿਆ ਹੋਵੇਗਾ, ਜੱਜ ਇਹ ਹੁਕਮ ਸੁਣਾਉਂਦਾ ਹੈ ਟੂ ਬੀ ਹੈਂਗ ਟਿਲ ਡੈਥ। ਉਸ ਤੋਂ ਬਾਅਦ ਆਪਣੀ ਕਲਮ ਦੀ ਨੋਕ ਨੂੰ ਤੋੜ ਦਿਆ ਕਰਦਾ ਹੈ, ਨਿਬ ਤੋੜ ਦਿੱਤੀ ਜਾਂਦੀ ਹੈ। ਬਚਪਨ ਤੋਂ ਦੇਖਦੇ ਆ ਰਹੇ ਸੀ ਕਿ ਐਸਾ ਕਿਉਂ ਹੁੰਦਾ ਹੈ। ਫਿਰ ਜਦ ਪੜ੍ਹਿਆ ਉਹ ਆਖਦੇ ਨੇ ਇਹ ਐਸੀ ਕਲਮ ਹੈ ਜਿਸ ਨੇ ਕਿਸੇ ਦੀ ਮੌਤ ਦਾ ਫਰਮਾਨ ਸੁਣਾਇਆ ਹੈ, ਇਹ ਹੁਣ ਅਪਵਿੱਤਰ ਹੋ ਗਈ ਹੈ। ਇਸ ਤੋਂ ਹੁਣ ਦੂਸਰਾ ਫੈਸਲਾ ਨਹੀਂ ਲਿਖਿਆ ਜਾਏਗਾ। ਉੱਥੇ ਹੀ ਪੈਨ ਦੀ ਨਿਬ ਨੂੰ ਤੋੜ ਦਿੱਤਾ ਜਾਂਦਾ ਹੈ। ਉਸ ਪੈਨ ਤੋਂ, ਉਸ ਕਲਮ ਤੋਂ ਦੁਬਾਰਾ ਕੋਈ ਫੈਸਲਾ ਨਹੀਂ ਲਿਖਿਆ ਜਾਂਦਾ ਕਿਉਂਕਿ ਇਸ ਨੇ ਕਿਸੇ ਦੀ ਜਾਨ ਲੈਣ ਦਾ ਫਰਮਾਨ ਸੁਣਾਇਆ ਹੈ। ਇਸ ਨੂੰ ਹੁਣ ਕੋਈ ਦੂਸਰਾ ਕੰਮ ਕਰਨ ਦਾ ਹੱਕ ਨਹੀਂ। ਉੱਥੇ ਪੈਨ ਦੀ ਨਿਬ ਨੂੰ ਤੋੜ ਦਿੱਤਾ ਜਾਂਦਾ। ਅੱਜ ਵੀ ਐਸਾ ਹੀ ਰਿਵਾਜ ਹੈ, ਸੈਂਕੜੇ ਸਾਲਾਂ ਤੋਂ ਚੱਲਦਾ ਆ ਰਿਹਾ ਹੈ। ਫਿਰ ਇਸ ਨੂੰ ਕੀ ਕਵਾਂਗੇ? ਇਹ ਰੂੜੀਵਾਦੀ ਲੋਕ ਨੇ, ਇਹਨਾਂ ਨੂੰ ਅਕਲ ਨਹੀਂ ਹੈ, ਐਸਾ ਨਹੀਂ ਕਰਨਾ ਚਾਹੀਦਾ। ਸਾਡੇ ਸੁਪਰੀਮ ਕੋਰਟ ਦੇ ਜੱਜ ਅੱਜ ਤੱਕ ਵੀ ਐਸਾ ਕਰਦੇ ਨੇ। ਜਿਸ ਕਲਮ ਨੇ ਕਿਸੇ ਦੀ ਜਾਨ ਲੈਣ ਦਾ ਫਰਮਾਨ ਸੁਣਾਇਆ ਹੋਵੇ ਉਸ ਕਲਮ ਨੂੰ ਦੁਬਾਰਾ ਇਸਤੇਮਾਲ ਨਹੀਂ ਕੀਤਾ ਜਾ ਸਕਦਾ। ਜਦ ਇੱਕ ਕਲਮ ਪਾਪੀ ਹੋ ਸਕਦੀ ਹੈ ਤੇ ਪਵਿੱਤਰ ਵੀ ਹੋ ਸਕਦੀ ਹੈ। ਜਿਸ ਕਲਮ ਦੇ ਨਾਲ, ਜਿਨ੍ਹਾਂ ਹੱਥਾਂ ਦੇ ਨਾਲ ਪਵਿੱਤਰ ਬਾਣੀ ਨੂੰ ਲਿਖਿਆ ਜਾਏਗਾ, ਸਭ ਕਹਿੰਦੇ ਨੇ ਹਸਤ ਪੁਨੀਤ ਹੋਏ ਤਤਕਾਲ। ਉਹ ਹੱਥ ਉਸੇ ਵੇਲੇ ਪਵਿੱਤਰ ਹੋ ਜਾਂਦੇ ਨੇ। ਕਿਵੇਂ ਪਵਿੱਤਰ ਹੋ ਜਾਂਦੇ ਨੇ? ਭਗਤ ਰਵਿਦਾਸ ਜੀ ਮਹਾਰਾਜ ਨੇ ਪਾਵਨ ਬਾਣੀ ਅੰਦਰ ਫਰਮਾਨ ਕੀਤਾ ਹੈ ਕਿ ਜੇਕਰ ਵਿਚਾਰ ਕੀਤਾ ਜਾਏ ਕਿ ਕਾਗਜ਼ ਕੋਈ ਪਵਿੱਤਰ ਚੀਜ਼ ਤਾਂ ਨਹੀਂ ਹੈ, ਪਰ ਜੇਕਰ ਉਸ ਦੇ ਉੱਤੇ ਲਿਖ ਦਿੱਤਾ ਜਾਏ ਤਰ ਤਾਰ ਅਪਵਿੱਤਰ ਕਰ ਮਾਨੀਏ ਰੇ ਕਾਗਦ ਕਰੇ ਵਿਚਾਰੰ। ਜੇਕਰ ਕਾਗਜ਼ ਦੀ ਵਿਚਾਰ ਕੀਤੀ ਜਾਏ ਤਾਂ ਤਾੜ ਦੇ ਪੇੜ ਤੋਂ ਬਣਦਾ ਹੈ। ਤਾੜੀ, ਉਸ ਵਿੱਚੋਂ ਸ਼ਰਾਬ ਵੀ ਨਿਕਲਦੀ ਹੈ, ਉਸੇ ਤੋਂ ਕਾਗਜ਼ ਵੀ ਬਣਦਾ ਹੈ। ਪਰ ਉਹ ਕਾਗਜ਼ ਸਤਕਾਰ ਦੇ ਕਾਬਿਲ ਤੇ ਨਹੀਂ, ਉਹ ਪੇੜ ਸਤਕਾਰ ਦੇ ਕਾਬਿਲ ਤਾਂ ਨਹੀਂ,
भगत भागवत लिखिए ते ऊपर पूजिए करत नमस्कारं। पर जिस वेले उस उत्ते भगवान का नाम लिख दिता जाए, उस परमात्मा का नाम लिख दिता जाए, उसे कागज़ ਨੂੰ लोग मत्था टेकते ने, पूजते ने, क्योंकि परमात्मा का नाम लिखण दे नाल वो कागज़ पवित्र हो गया है, ਹੁਣ सजदे जोगा हो गया है। एक धरती है जिसनों कोई नहीं देखता, कोई ਉਹਦੇ ਨੇੜੇ नहीं ਜਾਂਦਾ। ਦੀਪਾਲਪੁਰ ਦੇ ਕੋੜੀ ਦੀ ਉਹ ਕੋਠਰੀ ਹੈ ਜਿਸ ਕੋਲ ਕੋਈ ਵੀ ਨਹੀਂ ਜਾਂਦਾ। ਪਰ ਜਦੋਂ ਗੁਰੂ ਨਾਨਕ ਉੱਥੇ ਜਾ ਕੇ ਬੈਠ ਗਿਆ ਉਸ ਕੋੜੀ ਦੇ ਕੋਲ, ਦੁਰਗੰਧ ਮਾਰਦੀ ਕੋਠਰੀ ਦੇ ਵਿੱਚ, ਉਹ ਕੋਠਰੀ ਪਵਿੱਤਰ ਹੋ ਗਈ, ਉਹ ਜਗ੍ਹਾ ਪਵਿੱਤਰ ਹੋ ਗਈ। ਜਿੱਥੇ ਜਾਏ ਬਹਿ ਮੇਰਾ ਸਤਿਗੁਰੂ, ਸੋ ਥਾਨ ਸੁਹਾਵਾ ਰਾਮ ਰਾਜੇ। ਜਿਸ ਜਗ੍ਹਾ ਤੇ ਸਤਿਗੁਰ ਬੈਠਾ ਉਹ ਥਾਨ ਪਵਿੱਤਰ ਹੋ ਗਿਆ। ਜਿਸ ਜਗ੍ਹਾ ਤੇ ਪਰਮਾਤਮਾ ਦਾ ਨਾਮ ਲਿਖਿਆ ਗਿਆ ਉਹ ਜਗ੍ਹਾ ਪਵਿੱਤਰ ਹੋ ਗਈ, ਉਹ ਕਾਗਜ਼ ਪਵਿੱਤਰ ਹੋ ਗਿਆ, ਉਹ ਹੱਥ ਪਵਿੱਤਰ ਹੋ ਗਏ। ਹਸਤ ਪੁਨੀਤ ਹੋਏ ਤਤਕਾਲ, ਬਿਨਸ ਜਾਹੇ ਮਾਇਆ ਜੰਜਾਲ। ਲਿਖਦਿਆਂ ਲਿਖਦਿਆਂ ਤੇਰੇ ਮਾਇਆ ਦੇ ਜਾਲ ਕੱਟੇ ਜਾਣਗੇ, ਤੂੰ ਮਾਇਆ ਦੇ ਜੰਜਾਲ ਵਿੱਚੋਂ ਨਿਕਲ ਆਏਗਾ ਤੇ ਦਿਨ ਦਿਨ ਦਿਨੋਂ ਦਿਨ ਤੂੰ ਰਸਨਾ ਰਮਹੋ ਰਾਮ ਗੁਣ ਨੀਤ। ਜਿਤਨਾ ਲਿਖਣ ਦਾ ਲਾਹਾ ਹੈ ਸ਼ਾਇਦ ਉਤਨਾ ਪੜ੍ਹਨ ਦਾ ਵੀ ਨਾ ਹੋਵੇ। ਕਿਸੇ ਚੀਜ਼ ਨੂੰ ਜੇਕਰ ਤੁਸੀਂ ਯਾਦ ਕਰਨਾ ਚਾਹੁੰਦੇ ਹੋ ਨਾ, ਉਸ ਨੂੰ ਲਿਖੋ, ਬਾਰ-ਬਾਰ ਲਿਖੋ। ਜਿਤਨੀ ਵਾਰ ਤੁਸੀਂ ਲਿਖੋਗੇ ਉਤਨੀ ਚੰਗੀ ਤਰ੍ਹਾਂ ਤੁਸੀਂ ਉਸ ਨੂੰ ਯਾਦ ਕਰ ਸਕੋਗੇ। ਐਸੇ ਕਰਕੇ ਰਿਵੀਜ਼ਨ ਕਰਨ ਦਾ ਇੱਕ ਇਹ ਤਰੀਕਾ ਵੀ ਹੈ। ਟੀਚਰਸ ਲਿਖਵਾਉਂਦੇ ਨੇ ਜ਼ਿਆਦਾ ਤੋਂ ਜ਼ਿਆਦਾ, ਬੱਚਿਆਂ ਨੂੰ ਲੱਗਦਾ ਲਿਖਣਾ ਕਿਉਂ ਹੈ, ਪਰ ਧਿਆਨ ਦੇਣਾ, ਕਦੇ ਵੀ ਕੰਪੈਰੀਜ਼ਨ ਕਰਕੇ ਦੇਖਣਾ। ਜਿਸ ਚੀਜ਼ ਨੂੰ ਤੁਸੀਂ ਜਿਤਨੀ ਜ਼ਿਆਦਾ ਵਾਰੀ ਲਿਖਿਆ ਹੈ ਉਹ ਤੁਹਾਨੂੰ ਜ਼ਿਆਦਾ ਵਧੀਆ ਤਰੀਕੇ ਨਾਲ ਯਾਦ ਹੈ, ਬਜਾਏ ਉਸ ਦੇ ਜਿਸ ਨੂੰ ਤੁਸੀਂ ਜ਼ਿਆਦਾ ਵਾਰ ਰਟਿਆ ਹੈ। ਲਿਖਣਾ ਆਪਣੇ ਆਪ ਵਿੱਚ ਯਾਦ ਕਰਨ ਦਾ ਇੱਕ ਪੁਰਾਤਨ ਤਰੀਕਾ ਹੈ। ਸਭ ਕਹਿੰਦੇ ਨੇ ਰਸਨਾ ਰਮਹੁ ਰਾਮ ਗੁਣ ਨੀਤ। ਇੱਥੇ ਸਭ ਕਹਿ ਰਹੇ ਨੇ ਤੂੰ ਜਦ ਲਿਖੇਂਗਾ ਤੇ ਬੋਲੇਂਗਾ ਵੀ ਤੇ ਨਾ, बोल के ही लिखिया जा सकता है। उतनी बारी तेरी रसना राम दा नाम लवेगी। सब कहते ने ताते सुख पावो मेरे भाई मीत। तू अपने सुखां दे कारणां नूं बना लेंगा, तू सुखी हो जाएगा। किवें? लिख लेखन कागद मसवाणी। जरा उठ, कागद उठा, कलम उठा, इंक उठा, स्याही उठा ते राम दे नाम नूं लिख। आओ ਆਪਾਂ ਸਾਰੇ ਵੀ ਆਪਣੇ ਦਿਲ ਦੇ ਕਾਗਜ਼ ਉੱਤੇ ਪਰਮਾਤਮਾ ਦਾ ਨਾਮ ਲਿਖਣ ਦੀ ਕੋਸ਼ਿਸ਼ ਕਰੀਏ। ਵਾਹਿਗੁਰੂ 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 ਵਾਹਿਗੁਰੂ